साहिब जी। सतगुर आयो शरण तुहारी, मिलै सुख नाम हर शोभा, चिंता लाहे हमारी। अवर न सूझै दूजी ठार, हार परयो तो द्वारी। लेखा छोड़िया लेखै छूटै, हम निर्गुण लेहो उबारी। सदबख्शिंद सदा मेहरबाना, सबना दे आधारी। नानक दास संत पाछै परयो, राख लेहो ए बारी। तेरे कवन कवन गुण कह गावा, तू साहिब गुनी निधाना। तुमरी महिमा बरन न सको, ठाकुर ऊच भगवाना। सुखा होटल गुर सेविया, दर्शन परसया गुरु का। जन्म मरण दुख वै सिफत कसमदि, नूरे अरसों कुरसों छटी। तुद डिठे सचे पातशाह, मल जन्म जन्म कटिया। सतनाम श्री वाहिगुरु साहिब जीओ। टोडी महला पंजवा। प्रभ तेरे पग के धूरा, दीन दयाल प्रीत मन मोहन। कर कृपा मेरी लोचा पूर राओ। तैदिस रव रहा जस तुमरा, अंतर जामी सदा हजूर। जो तुमरा जस गावह करते, से जन कबहो न मरते चूर। प्रभ तेरे पग की तूर। वाहिगुरु जी का खालसा, वाहिगुरु जी की फतेह। जुगो जुग अटल गरीब नवाज सतगुरु गुरु ग्रंथ साहिब जियां दी पावन पवित्र हजूरी अंदर सुभाईमान हो रही गुरु की संगत। अमृत वेले तो सतगुरां दी पवित्र बाणी श्री आसा दी वार गुरु नानक साहब पातशाह की बख्शिश की। इस बाणी दे आपां कीर्तन सरवण कर रहे सी। इस वेले महाराज लड़ीवार गुरबाणी की कथा सानू उपदेश बख्शिश कर रहे ने। आओ मन के ध्यान नूं टकाईए, भावना दे नाल सतगुरां दे अमृत बचन सरवण करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। टोडी महला पंजवा। पंचम पातशाह गुरु अर्जन देव महाराज साहब जी टोडी राग का ये पवित्र शब्द सानू बख्शिश कर रहे ने। विद्वाना ने इस राग नू एक पैर दिन चढ़े गाउण का हुक्म किया है।
ਐਸਾ ਇਹ ਰਾਗ ਉਹਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਉਪਦੇਸ਼ ਬਖਸ਼ਦੇ ਹਨ। ਪ੍ਰਭ ਤੇਰੇ ਭਗਤੀ ਧੂਰ। ਸਤਿਗੁਰੂ ਕਹਿਣ ਲੱਗੇ, ਐ ਪ੍ਰਭੂ, ਐ ਪਰਮਾਤਮਾ, ਮੈਨੂੰ ਤੇਰੇ ਚਰਨਾਂ ਦੀ ਧੂੜੀ ਦੀ ਇੱਛਾ ਹੈ, ਲੋਚਾ ਹੈ, ਚਾਹਨਾ। ਪੱਗ ਜੇ ਪੋਲਾ ਜਿਹਾ ਪਾਠ ਕਰਾਂਗੇ, ਪੱਗ ਤੋਂ ਭਾਵ ਹੁੰਦਾ ਚਰਨ। ਜੇ ਇਹਦੇ ਉੱਪਰ ਅਧਕ ਲਾ ਦਿਆਂਗੇ ਪੱਗ, ਤੇ ਪੱਗ ਜਿਹੜੀ ਅਸੀਂ ਸਿਰ ਤੇ ਬੰਨ੍ਹਦੇ ਹਾਂ। ਇਸ ਕਰਕੇ ਗੁਰਬਾਣੀ ਦਾ ਪਾਠ ਕਰਨ ਵੇਲੇ ਇਹਦੇ ਉੱਪਰ ਅਧਕ ਲਾ ਕੇ ਨਹੀਂ ਬੋਲਣਾ ਹੈ। ਪੋਲਾ ਜਿਹਾ ਪਾਠ ਪੱਗ ਕਹਿਣਾ ਹੈ। ਸਤਿਗੁਰੂ ਕਹਿਣ ਲੱਗੇ, ਪ੍ਰਭ ਤੇਰੇ ਪੱਗ ਕੀ ਧੂਰ। ਸਤਿਗੁਰੂ ਜੀ, ਸਾਨੂੰ ਤੇਰੇ ਚਰਨਾਂ ਦੀ ਧੂੜੀ ਦੀ ਇੱਛਾ ਹੈ, ਕਿਉਂਕਿ ਆਪ ਜੀ ਦੇ ਚਰਨਾਂ ਦੀ ਧੂੜੀ ਜਿਹੜੀ ਹੈ ਜਨਮਾਂ ਦੇ ਕਰਮਾਂ ਨੂੰ ਮਿਟਾ ਦਿੰਦੀ ਹੈ। ਇਸ ਕਰਕੇ ਸਾਡੀ ਇੱਛਾ ਇਹ ਹੈ ਕਿ ਆਪ ਜੀ ਆਪਣੇ ਪਵਿੱਤਰ ਚਰਨਾਂ ਦੀ ਧੂੜੀ ਹੈ ਪਰਮਾਤਮਾ ਬਖਸ਼ਿਸ਼ ਕਰੋ, ਤਾਂ ਕਿ ਸਾਡਾ ਭਲਾ ਹੋ ਜਾਵੇ। ਦੀਨ ਦਇਆਲ ਪ੍ਰੀਤ ਮਨ ਮੋਹਨ। ਆਪ ਜੀ ਦੀਨਾਂ ਤੇ ਦਿਆਲਤਾ ਕਰਨ ਵਾਲੇ, ਜਿਹੜੇ ਦੀਨ ਗਰੀਬ ਨੇ, ਜਿਹੜੇ ਦੀਨ ਆਪ ਜੀ ਦੀ ਸ਼ਰਨ ਵਿੱਚ ਆ ਕੇ ਪਏ ਨੇ, ਜਿਨ੍ਹਾਂ ਨੂੰ ਤੁਹਾਡੇ ਬਿਨਾਂ ਕੋਈ ਆਸਰਾ ਨਹੀਂ ਹੈ, ਐਸੇ ਜਿਹੜੇ ਦੀਨ ਨੇ, ਇਹ ਦਿਆਲੂ ਪਰਮਾਤਮਾ ਤੇਰੀ ਸ਼ਰਨ ਵਿੱਚ ਆ ਕੇ ਪਏ ਨੇ, ਅਤੇ ਆਪ ਜੀ ਲੋਕ ਤੇ ਪਰਲੋਕ ਦੇ ਪ੍ਰੀਤਮ ਹੋ। ਇਸ ਲੋਕ ਦੇ ਵਿੱਚ ਵੀ ਆਪ ਜੀ ਪਿਆਰੇ ਹੋ, ਅਤੇ ਪਰਲੋਕ ਦੇ ਵਿੱਚ ਵੀ ਆਪ ਜੀ ਪਿਆਰੇ ਹੋ। ਲੋਕ ਪਰਲੋਕ ਦੇ ਆਪ ਪ੍ਰੀਤਮ ਹੋ, ਮਨ ਮੋਹਨ ਅਤੇ ਮਨ ਨੂੰ ਮੋਹਣ ਵਾਲੇ ਹੋ। ਐਸਾ ਆਪ ਜੀ ਦਾ ਸੁੰਦਰ ਸਰੂਪ ਹੈ, ਜਿਹੜਾ ਆਪ ਜੀ ਨੂੰ ਤੱਕ ਲੈਂਦਾ ਉਹਦਾ ਮਨ ਮੋਹਿਆ ਜਾਂਦਾ ਹੈ। ਦੀਨ ਦਿਆਲ ਪ੍ਰੀਤਮ ਮਨ ਮੋਹਨ, ਦੀਨਾਂ ਤੇ ਦਿਆਲਤਾ ਕਰਨ ਵਾਲੇ, ਲੋਕ ਪਰਲੋਕ ਦੇ ਪ੍ਰੀਤਮ, ਮਨ ਨੂੰ ਮੋਹਣ ਵਾਲੇ ਪਰਮਾਤਮਾ, ਤੇਰੇ ਚਰਨਾਂ ਦੀ ਧੂੜੀ ਦੀ ਸਾਨੂੰ ਇੱਛਾ ਹੈ। ਹਰ ਕਿਰਪਾ ਮੇਰੀ ਲੋਚਾ ਪੂਰ। ਇਹ ਲੋਚਾ ਕਹੀਏ ਮੇਰੀ ਇੱਛਾ ਹੈ, ਮੇਰੀ ਇਹ ਇੱਛਾ ਪੂਰਨ ਕਰ ਦਿਓ, ਪੂਰੀ ਕਰ ਦਿਓ। ਕਿਹੜੀ ਇੱਛਾ ਹੈ? ਜੋ ਆਪ ਜੀ ਦੇ ਪਵਿੱਤਰ ਚਰਨਾਂ ਦੀ ਧੂੜੀ ਪ੍ਰਾਪਤ ਹੋ ਜਾਵੇ। ਐਸੀ ਰਹਿਮਤ ਕਰੋ, ਐਸੀ ਕਿਰਪਾ ਕਰੋ ਕਿ ਮੇਰੀ ਇਹ ਇੱਛਾ, ਆਪ ਜੀ ਦੇ ਚਰਨਾਂ ਦੀ ਧੂੜੀ ਪ੍ਰਾਪਤ ਕਰਨ ਵਾਲੀ, ਇਹ ਮੇਰੀ ਇੱਛਾ ਪੂਰੀ ਹੋ ਜਾਵੇ। ਸਤਿਗੁਰੂ ਬਖਸ਼ਿਸ਼ ਕਰਦੇ, ਆਪ ਜੀ ਦਾ ਜਸ ਦਸਾਂ ਦਿਸ਼ਾ ਦੇ ਵਿੱਚ ਰਵਿਆ ਹੋਇਆ, ਮਿਲਿਆ ਹੋਇਆ। ਉੱਤਰ ਨੂੰ ਚਲੇ ਜਾਈਏ, ਦੱਖਣ ਨੂੰ ਚਲੇ ਜਾਈਏ, ਪੂਰਬ ਨੂੰ ਚਲੇ ਜਾਈਏ, ਪੱਛਮ ਨੂੰ ਚਲੇ ਜਾਈਏ, ਚਾਰ ਕੋਨਾਂ ਨੇ, ਚਾਰ ਕੋਨਾਂ ਨੂੰ ਚਲੇ ਜਾਈਏ, ਧਰਤੀ ਨੂੰ ਵੇਖ ਲਈਏ, ਆਕਾਸ਼ ਨੂੰ ਵੇਖ ਲਈਏ। ਇਹ ਜਿਹੜੀਆਂ 10 ਦਿਸ਼ਾਵਾਂ ਨੇ, ਇਹਨਾਂ ਵਿੱਚ ਆਪ ਜੀ ਦਾ ਜਸ ਜਿਹੜਾ ਹੈ ਉਹ ਸਾਰਿਆਂ ਥਾਵਾਂ ਤੇ ਹੀ ਪਰਿਪੂਰਨ ਹੋ ਰਿਹਾ, ਸਾਰਿਆਂ ਥਾਵਾਂ ਤੇ ਆਪ ਜੀ ਦਾ ਜਸ ਹੋ ਰਿਹਾ ਹੈ। ਐ ਮਨ ਦੀ ਜਾਣਨ ਵਾਲੇ, ਅੰਤਰਜਾਮੀ ਕਿਹਾ ਜਾਂਦਾ ਜਿਹੜਾ ਅੰਦਰ ਦੀ ਜਾਣ ਲਵੇ, ਬਿਨਾਂ ਬੋਲਿਆ, ਬਿਨਾਂ ਆਖਿਆ। ਮਾਂ ਨੇ ਭਾਵੇਂ ਬੱਚੇ ਨੂੰ ਜਨਮ ਦਿੱਤਾ ਹੈ, ਬੱਚੇ ਨੂੰ ਪਾਲਿਆ ਹੈ, ਪਾਲਦੀ ਹੈ, ਦੁੱਧ ਪਿਲਾਉਂਦੀ ਹੈ, ਪਰ ਜਿੰਨਾ ਚਿਰ ਬੱਚਾ ਰੋ ਕੇ ਜਾਂ ਬੋਲ ਕੇ ਦੁੱਖ ਨਹੀਂ ਦੱਸਦਾ, ਉਹਨਾਂ ਚਿਰ ਪਤਾ ਨਹੀਂ ਲੱਗਦਾ। ਭਾਵੇਂ ਕਿ ਮਾਂ ਨੇ ਹੀ ਜਨਮ ਦਿੱਤਾ ਹੈ, ਆਪਣੇ ਬੱਚੇ ਦੀ ਪੀੜਾ ਨੂੰ ਸਮਝ ਨਹੀਂ ਸਕਦੀ ਹੈ, ਪਰ ਉਹ ਪਰਮਾਤਮਾ ਇਹੋ ਜਿਹਾ ਮਾਤਾ ਹੈ, ਇਹੋ ਜਿਹਾ ਉਹ ਪਿਤਾ ਹੈ, ਉਹਦੇ ਅੱਗੇ ਬੋਲ ਕੇ ਦੱਸਣ ਦੀ ਲੋੜ ਨਹੀਂ ਪੈਂਦੀ। ਉਹ ਅੰਤਰਜਾਮੀ ਹੈ, ਮਨ ਦੀ ਜਾਣਨ ਵਾਲਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਦਾ ਹਜ਼ੂਰ, ਉਹ ਸਦਾ ਹੀ ਹਾਜ਼ਰ ਨਾਜ਼ਰ ਹੈ। ਮਾਂ ਪੁੱਤਰ ਦਾ ਵਿਛੋੜਾ ਹੋ ਸਕਦਾ, ਇੱਕ ਦੂਜੇ ਤੋਂ ਦੂਰ ਜਾ ਸਕਦੇ, ਪਰ ਭਗਤ ਦਾ ਤੇ ਪ੍ਰਮਾਤਮਾ ਦਾ ਕਦੇ ਵਿਛੋੜਾ ਨਹੀਂ ਪੈਂਦਾ। ਭਗਤ ਜਿੱਥੇ ਵੀ ਜਾਵੇਗਾ, ਪ੍ਰਮਾਤਮਾ ਉੱਥੇ ਹੀ ਹਾਜ਼ਰ ਨਾਜ਼ਰ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਜਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਬਾਣੀ ਦਾ ਬਚਨ। ਜਾਰਿਆਂ ਤੋਂ ਆਪ ਜੀ ਜਾ ਰਹੇ ਹੋ, ਪ੍ਰਤੱਖ ਹੋ, ਤੇ ਗੁਰਮੁਖਾਂ ਦੇ ਸਦਾ ਹੀ ਆਪ ਜੀ ਹਾਜ਼ਰਾ ਹਜ਼ੂਰ ਰਹਿੰਦੇ ਹੋ, ਸਦਾ ਹੀ ਕੋਲ ਰਹਿੰਦੇ ਹੋ। ਐਸੀ ਆਪ ਜੀ ਦੀ ਵਡਿਆਈ ਹੈ। ਅੰਤਰਜਾਮੀ ਸਦਾ ਹਜ਼ੂਰ, ਅੰਤਰ ਦੀ ਜਾਣਨ ਵਾਲੇ, ਸਦਾ ਹਾਜ਼ਰ ਨਾਜ਼ਰ ਹਨ। ਜੋ ਤੁਮਰਾ ਜਸ ਗਾਵੇ ਕਰਤੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜੋ ਆਪ ਜੀ ਦਾ ਜਸ ਕਰਦੇ ਨੇ, ਜਸ ਗਾਉਂਦੇ ਨੇ,
ਇਹ ਆਪਾਂ ਕਥਾ ਸੁਣਦੇ ਪਏ, ਕਥਾ ਕਰਦੇ ਪਏ, ਕੀਰਤਨ ਕਰਦੇ ਪਏ, ਪਾਠ ਕਰਦੇ ਪਏ, ਜਾਂ ਵਾਹਿਗੁਰੂ ਮੰਤਰ ਦਾ ਸਿਮਰਨ ਕਰਦੇ ਪਏ, ਜੋ ਵੀ ਅਸੀਂ ਕਰਦੇ ਹਾਂ ਪ੍ਰਮਾਤਮਾ ਦਾ ਜਸ ਹੀ ਹੈ। ਤੇ ਮਹਾਰਾਜ ਕਹਿਣ ਲੱਗੇ ਜੋ ਆਪ ਜੀ ਦਾ ਜਸ ਗਾਉਂਦੇ ਨੇ, ਆਪ ਜੀ ਦਾ ਜਸ ਕਰਦੇ ਹਨ, ਸੇ ਜਨ ਕਬਹੁ ਨ ਮਰਤੇ ਝੂਰ। ਉਹ ਫਿਰ ਕਿਸੇ ਝੂਰ ਕਹੀਏ ਚਿੰਤਾ ਦੇ ਵਿੱਚ ਝੁਰ ਝੁਰ ਕੇ ਨਹੀਂ ਮਰਦੇ। ਦੁਨੀਆ ਦੇ ਲੋਕਾਂ ਨੂੰ ਝੋਰਾ ਲੱਗਾ ਨਾ, ਚਿੰਤਾ ਲੱਗੀ ਹੈ, ਤੇ ਚਿੰਤਾ ਵਿੱਚ ਹਰ ਵੇਲੇ ਕਲਪਦੇ ਰਹਿੰਦੇ। ਪਰ ਮਹਾਰਾਜ ਕਹਿਣ ਲੱਗੇ ਜਿਹੜੇ ਗੁਰਮੁਖ ਨੇ ਨਾ ਕਬਹੂ ਮਰਤੇ ਝੂਰ, ਉਹ ਕਦੇ ਵੀ ਝੂਰੇ ਵਿੱਚ ਨਹੀਂ ਪੈਂਦੇ, ਐਸੀ ਉਹਨਾਂ ਨੂੰ ਦਾਤ ਮਿਲਦੀ ਹੈ। ਤੰਦ ਬੰਦ ਬਿਨ ਸੇ ਮਾਇਆ ਕੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹਨਾਂ ਗੁਰਮੁਖਾਂ ਦੇ ਜਿਨ੍ਹਾਂ ਨੇ ਨਾਮ ਜਪਿਆ ਹੈ, ਇਹ ਮਾਇਆ ਦੇ ਜਿਹੜੇ ਬੰਧਨ ਨੇ ਨਾ, ਬੰਧਨ ਰੂਪ ਜਿਹੜੀ ਮਾਇਆ ਹੈ, ਇਹਦੇ ਧੰਦੇ ਸਾਰੇ ਬਿਨਸ ਜਾਂਦੇ। ਇਹ ਮਾਇਆ ਬੰਧ ਲੈਣ ਵਾਲੀ ਹੈ ਨਾ, ਜਿਵੇਂ ਰੱਸਾ ਪਸ਼ੂ ਨੂੰ ਬੰਧ ਲੈਂਦਾ ਹੈ, ਇਹ ਮਾਇਆ ਵੀ ਇੱਕ ਰੱਸਾ ਹੀ ਹੈ ਭਾਈ, ਜਿਹੜਾ ਜੀਵ ਨੂੰ ਬੰਧ ਲੈਂਦਾ ਹੈ। ਮਹਾਰਾਜ ਕਹਿਣ ਲੱਗੇ ਧੰਦ ਬੰਧ ਬਿਨਸੇ ਮਾਇਆ ਕੇ, ਇਹ ਜਿਹੜੇ ਮਾਇਆ ਦੇ ਧੰਦੇ ਨੇ ਉਹਨਾਂ ਗੁਰਮੁਖਾਂ ਦੇ ਬਿਨਸ ਜਾਂਦੇ, ਨਾਸ ਹੋ ਜਾਂਦੇ। ਜਿਹੜੀ ਮਾਇਆ ਬੰਧਨ ਰੂਪ ਹੈ, ਬੰਧ ਲੈਣ ਵਾਲੀ ਹੈ, ਇਸ ਮਾਇਆ ਦੇ ਧੰਦੇ ਸਾਰੇ ਨਾਸ ਹੋ ਜਾਂਦੇ ਹਨ। ਸਾਧੂ ਸੰਗਤ ਮਿਟਾ ਬਸੂਰ। ਤੇ ਸਤਿਗੁਰੂ ਬਖਸ਼ਿਸ਼ ਕਰਦੇ ਜਿਹੜੀ ਸਾਧੂਆਂ ਦੀ ਸੰਗਤ ਹੈ ਨਾ ਗੁਰਮੁਖੋ, ਉਹਦੇ ਵਿੱਚ ਪੈਣ ਕਰਕੇ ਮਿਟੇ ਬਸੂਰ। ਬਸੂਰ ਤੋਂ ਭਾਵ ਹੁੰਦਾ ਝੂਰਾ। ਉਹਨਾਂ ਗੁਰਮੁਖਾਂ ਦਾ ਝੂਰਾ ਖਤਮ ਹੋ ਜਾਂਦਾ ਜਿਹੜੇ ਸੰਗਤ ਵਿੱਚ ਆ ਕੇ ਪ੍ਰਾਪਤ ਹੁੰਦੇ। ਸੋ ਮਹਾਰਾਜ ਕਹਿਣ ਲੱਗੇ ਕਿ ਧੰਦ ਬੰਦ ਬਿਨਸੇ ਮਾਇਆ ਕੇ, ਸਾਧੂ ਸੰਗਤ ਮਿਟੇ ਬਸੂਰ। ਸਾਧ ਸੰਗਤ ਵਿੱਚ ਪੈਣ ਕਰਕੇ ਜਿਹੜੇ ਝੂਰੇ ਨੇ, ਚਿੰਤਾਵਾਂ ਨੇ, ਇਹ ਖਤਮ ਹੋ ਜਾਂਦੀਆਂ, ਦੂਰ ਹੋ ਜਾਂਦੀਆਂ, ਰਹਿੰਦੀਆਂ ਨਹੀਂ ਹਨ। ਸੁਖ ਸੰਪਤ ਭੋਗ ਇਸ ਜੀ ਕੇ। ਸਤਿਗੁਰੂ ਬਖਸ਼ਿਸ਼ ਕਰਦੇ ਸੁਖ ਸੰਪਤ ਭੋਗ ਇਸ ਜੀ ਕੇ, ਇਸ ਜੀਵ ਦੇ ਜਿਹੜੇ ਸੁਖਾਂ ਰੂਪੀ ਸੰਪਤੀ ਹੈ, ਤੇ ਉਹ ਸੰਪਤੀ ਦੇ ਜਿਹੜੇ ਭੋਗ ਹਨ, ਮਹਾਰਾਜ ਕਹਿਣ ਲੱਗੇ ਨਾਸਵੰਤ ਝੂਠੇ ਹੀ ਨੇ। ਕਿਸ ਤਰ੍ਹਾਂ ਝੂਠੇ ਨੇ? ਜਿਵੇਂ ਅਸੀਂ ਕੋਈ ਪਦਾਰਥ ਲੈ ਆਂਦਾ, ਅਸੀਂ ਸੋਚਦੇ ਹਾਂ ਪਦਾਰਥ ਸੁਖ ਰੂਪ ਹੋਵੇਗਾ, ਪਰ ਸਮਾਂ ਪਾ ਕੇ ਉਸੇ ਪਦਾਰਥ ਵਿੱਚੋਂ, ਉਸ ਵਸਤੂ ਵਿੱਚੋਂ ਦੁੱਖ ਮਿਲ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੀ ਸੰਪਤੀ ਇਕੱਠੀ ਕੀਤੀ, ਧਨ ਇਕੱਠਾ ਕੀਤਾ ਹੋਇਆ, ਇਹ ਧਨ ਸੰਪਤੀ ਜਿਹੜੀ ਹੈ ਇਹ ਸੁਖ ਰੂਪ ਨਹੀਂ ਹੈ। ਇਸ ਮਾਇਆ ਦੇ ਜਿਹੜੇ ਭੋਗ ਨੇ, ਇਸ ਜੀਵ ਨੂੰ ਬੰਧਨ ਪਾਉਣ ਵਾਲੇ ਹਨ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਜਾਣੇ ਕੂਰ। ਕੂਰ ਤੋਂ ਭਾਵ ਝੂਠੇ। ਰੱਬ ਦੇ ਨਾਮ ਤੋਂ ਬਿਨਾਂ ਸਭ ਕੁਝ ਝੂਠਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿੰਨੇ ਪਦਾਰਥ ਨੇ, ਜਿੰਨੇ ਪਦਾਰਥਾਂ ਦੇ ਸੁੱਖ ਨੇ, ਜਿੰਨੀਆਂ ਵਸਤੂਆਂ ਨੇ, ਮਹਾਰਾਜ ਕਹਿਣ ਲੱਗੇ ਜਾਣੇ ਕੂਰ। ਇਹ ਸਾਰੇ ਕੂਰ ਕਹੀਏ ਝੂਠੇ ਨੇ, ਇੱਕ ਪਰਮਾਤਮਾ ਦਾ ਨਾਮ ਸੱਚਾ ਹੈ। ਮਹਲਾ ਪੰਜਵਾ। ਮਾਈ ਮੇਰੇ ਮਨ ਕੀ ਪਿਆਸ। ਇਹ ਭਾਈ ਮੇਰੇ ਮਨ ਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੈ। ਮਾਈ ਤੋਂ ਭਾਵ ਲੈ ਲੈਣਾ ਹੈ ਭਾਈ, ਹੈ ਪਿਆਰਿਆ, ਹੈ ਗੁਰਮੁਖਾ, ਮੇਰੇ ਮਨ ਕੀ ਪਿਆਸ। ਮੇਰੇ ਮਨ ਨੂੰ ਪਿਆਸ ਲੱਗੀ ਹੈ। ਕਾਹਦੀ ਪਿਆਸ ਲੱਗੀ ਹੈ? ਤੇਰੇ ਦਰਸ਼ਨਾਂ ਦੀ। ਐ ਪ੍ਰਮਾਤਮਾ ਤੇਰੇ ਦਰਸ਼ਨ ਦੀ ਮੈਨੂੰ ਪਿਆਸ ਲੱਗੀ ਹੈ। ਐ ਸਤਿਗੁਰੂ ਤੁਹਾਡੇ ਦਰਸ਼ਨਾਂ ਦੀ ਪਿਆਸ ਮੈਨੂੰ ਲੱਗੀ ਹੋਈ ਹੈ। ਐਸੀ ਮੇਰੀ ਅਵਸਥਾ ਹੈ। ਐ ਪਿਆਰੇ ਪ੍ਰੀਤਮ, ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਇੱਕ ਖੇਣ ਸਮਾਂ ਰਹਿ ਨਹੀਂ ਸਕਦਾ। ਜਿਨ੍ਹਾਂ ਦੀ ਪ੍ਰੀਤੀ ਬਣੀ ਹੈ ਨਾ ਗੁਰਮੁਖੋ, ਇਹ ਉਹਨਾਂ ਦੀ ਅਵਸਥਾ ਹੈ। ਮੈਂ ਆਪ ਜੀ ਦਾ ਦਰਸ਼ਨ ਕੀਤੇ ਬਿਨਾਂ ਇੱਕ ਖਿਣ ਸਮਾਂ ਰਹਿ ਨਹੀਂ ਸਕਦਾ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀਐ ਪ੍ਰੇ ਤੁਧ ਭਗਵੰਤਾ। ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀ। ਬਚਨ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ। ਜਿਨ੍ਹਾਂ ਨੂੰ ਪ੍ਰੇਮ ਦਾ ਰੋਗ ਲੱਗਾ, ਜਿਨ੍ਹਾਂ ਨੂੰ ਪ੍ਰੇਮ ਪੈਦਾ ਹੋਇਆ ਹੈ, ਕਹਿਣ ਲੱਗੇ ਇੱਕ ਖਿਣ ਰਹਿ ਨਾ ਸਕੋ ਬਿਨ ਪ੍ਰੀਤਮ। ਐ ਪਿਆਰੇ ਪ੍ਰੀਤਮ ਜੀ, ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਇੱਕ ਖਿਣ ਜਿੰਨਾ ਸਮਾਂ ਰਹਿ ਨਹੀਂ ਸਕਦਾ ਹਾਂ। ਦਰਸ਼ਨ ਦੇਖਣ ਕੋ ਧਾਰੀ ਮਨ
ਮਨ ਆਸ। ਮੇਰੇ ਮਨ ਦੀ ਆਸ ਇਹ ਲੱਗੀ ਹੋਈ ਹੈ, ਉਹ ਕਿਹੜਾ ਸਮਾਂ ਹੋਵੇ ਜਦੋਂ ਆਪ ਜੀ ਦੇ ਦਰਸ਼ਨ ਪ੍ਰਾਪਤ ਹੋਣ। ਆਪ ਜੀ ਦੇ ਦਰਸ਼ਨਾਂ ਦੀ ਆਸਾ ਮੇਰੇ ਮਨ ਨੂੰ ਲੱਗੀ ਹੋਈ ਹੈ। ਕਦੋਂ ਉਹ ਸਮਾਂ ਆ ਕੇ ਮਿਲੇ, ਕਦੋਂ ਉਹ ਸਮਾਂ ਆ ਕੇ ਪਹੁੰਚੇ ਜਦੋਂ ਮੈਂ ਆਪ ਜੀ ਦੇ ਦਰਸ਼ਨ ਪ੍ਰਾਪਤ ਕਰ ਸਕਾਂ। ਕਦੋਂ ਉਹ ਸਮਾਂ ਆਵੇਗਾ ਜਦੋਂ ਆਪ ਜੀ ਦੇ ਪਵਿੱਤਰ ਦਰਸ਼ਨ ਪ੍ਰਾਪਤ ਹੋਣਗੇ। ਦਰਸ਼ਨ ਦੇਖਣ ਕੋ ਧਾਰੀ ਮਨ ਆਸ। ਅਸੀਂ ਆਪ ਜੀ ਦੇ ਦਰਸ਼ਨਾਂ ਨੂੰ ਵੇਖਣ ਦੀ ਇੱਛਾ ਮਨ ਵਿੱਚ ਧਾਰੀ ਹੋਈ ਹੈ। ਸਿਮਰੋ ਨਾਮ ਨਿਰੰਜਨ ਕਰਤੇ। ਐ ਨਿਰੰਜਨ ਮਾਇਆ ਦੀ ਮੈਲ ਤੋਂ ਰਹਿਤ ਪਰਮਾਤਮਾ, ਅਸੀਂ ਆਪ ਜੀ ਦੇ ਨਾਮ ਦਾ ਸਿਮਰਨ ਕਰਦੇ ਹਾਂ, ਆਪ ਜੀ ਦੇ ਨਾਮ ਨੂੰ ਯਾਦ ਕਰਦੇ ਹਾਂ। ਸਿਮਰੋ ਨਾਮ ਨਿਰੰਜਨ ਕਰਤੇ, ਐ ਕਰਤੇ ਅਕਾਲ ਪੁਰਖ, ਅਸੀਂ ਆਪ ਜੀ ਦੇ ਨਾਮ ਦਾ ਸਿਮਰਨ ਕਰਦੇ ਹਾਂ। ਤਨ ਤੇ ਸਭ ਕਿਲ ਵਿਖ ਨਾਸ। ਸਿਮਰਨ ਕਰਕੇ ਮਨ ਦੇ ਵਿੱਚੋਂ ਤੇ ਤਨ ਦੇ ਵਿੱਚੋਂ ਇਹ ਜਿਹੜੇ ਕਿਲ ਵਿਖ ਬੱਜਰ ਪਾਪ ਨੇ ਨਾਸ ਹੋ ਜਾਂਦੇ। ਸਿਮਰਨ ਦੀ ਸ਼ਕਤੀ ਹੈ, ਸਿਮਰਨ ਦਾ ਤਾਕਤ ਹੈ, ਬਲ ਹੈ ਕਿ ਜਿਹੜਾ ਸਿਮਰਨ ਕਰਦਾ ਹੈ, ਸਿਮਰਨ ਦੀ ਤਾਕਤ ਦੇ ਨਾਲ, ਸਿਮਰਨ ਦੇ ਫਲ ਦੇ ਨਾਲ, ਸਿਮਰਨ ਦੀ ਸ਼ਕਤੀ ਦੇ ਨਾਲ ਉਸ ਦੇ ਜਿਹੜੇ ਕਿਲ ਵਿਖ ਬੱਜਰ ਪਾਪ ਨੇ ਉਹ ਨਾਸ ਹੋ ਜਾਂਦੇ। ਬੱਜਰ ਪਾਪਾਂ ਤੋਂ ਛੁਟਕਾਰਾ ਮਿਲ ਜਾਂਦਾ। ਕੋਈ ਗੁਰੂ ਕਾ ਸਿੱਖ ਕੁਰੈਤ ਕਰ ਲਵੇ, ਕੋਈ ਬੱਜਰ ਪਾਪ ਕਰ ਲਵੇ, ਜਦੋਂ ਪੰਜਾਂ ਪਿਆਰਿਆਂ ਸਾਹਿਬਾਨਾਂ ਦੇ ਕੋਲ ਜਾਂਦਾ, ਜਾ ਕੇ ਦੱਸਦਾ ਮੇਰੇ ਕੋਲੋਂ ਇਹ ਪਾਪ, ਇਹ ਗੁਨਾਹ ਹੋਇਆ। ਉਸ ਸਵੇਰੇ ਪੰਜ ਪਿਆਰੇ ਸਾਹਿਬਾਨ ਫਿਰ ਉਸ ਨੂੰ ਗੁਰਬਾਣੀ ਦੇ ਪਾਠ ਦੱਸਦੇ, ਇੰਨੇ ਪਾਠ ਕਰ ਅਤੇ ਤੇਰੀ ਅਰਦਾਸ ਹੋਵੇਗੀ, ਤੂੰ ਇਸ ਪਾਪ ਤੋਂ, ਇਸ ਛੁਟਕਾਰੇ ਤੋਂ ਬਚ ਜਾਵੇਂਗਾ। ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਨਾਮ ਹੈ ਇਹ ਵੱਡੇ ਵੱਡੇ ਪਾਪਾਂ ਦੇ ਜਿਹੜੇ ਫਲ ਨੇ ਉਹਨਾਂ ਤੋਂ ਛੁਡਾ ਲੈਂਦਾ, ਪਾਪ ਤੋਂ ਮੁਕਤ ਕਰ ਦਿੰਦਾ। ਮਨ ਤਨ ਤੇ ਸਭ ਕਿਲ ਵਿਖ ਨਾਸ, ਸਿਮਰੋ ਨਾਮ ਨਿਰੰਜਨ ਕਰਤੇ। ਜਿਨ੍ਹਾਂ ਨੇ ਕਰਤੇ ਪੁਰਖ ਦਾ ਨਾਮ ਜਪਿਆ, ਮਹਾਰਾਜ ਕਹਿਣ ਲੱਗੇ ਉਹਨਾਂ ਦੇ ਮਨ ਅਤੇ ਤਨ ਤੋਂ ਇਹ ਬੱਜਰ ਪਾਪ ਨਾਮ ਦੀ ਸ਼ਕਤੀ ਦੇ ਨਾਲ ਉਤਰ ਜਾਂਦੇ ਹਨ। ਪੂਰਨ ਪਾਰ ਬ੍ਰਹਮ ਸੁਖ ਦਾਤੇ। ਉਹ ਪਰਮਾਤਮਾ ਭਾਈ ਪਰਿਪੂਰਨ ਹੈ, ਕੋਈ ਇਹੋ ਜਿਹੀ ਜਗ੍ਹਾ ਨਹੀਂ ਜਿੱਥੇ ਉਹ ਨਾ ਹੋਵੇ। ਉਹ ਫਿਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ, ਪ੍ਰਕਿਰਤੀ ਦੇ ਨਿਯਮ ਦੇ ਵਿੱਚ, ਮਰਿਆਦਾ ਵਿੱਚ ਨਹੀਂ ਆਉਂਦਾ। ਜਿਵੇਂ ਸਾਡਾ ਜਨਮ ਹੋਇਆ, ਬਚਪਨ, ਜਵਾਨੀ, ਬੁਢੇਪਾ, ਮੌਤ, ਦੁੱਖ ਤੇ ਸੁੱਖ, ਬੜਾ ਕੁਝ ਹੁੰਦਾ। ਪਰਮਾਤਮਾ ਦੇ ਉੱਪਰ ਇਹ ਕੋਈ ਵੀ ਕਾਨੂੰਨ ਲਾਗੂ ਨਹੀਂ ਹੈ। ਨਾ ਜਨਮ ਹੈ, ਨਾ ਜਵਾਨੀ ਹੈ, ਨਾ ਬੁਢੇਪਾ, ਨਾ ਮੌਤ, ਨਾ ਦੁੱਖ, ਨਾ ਸੁੱਖ। ਤਾਂ ਉਹਨੂੰ ਕਿਹਾ ਜਾਂਦਾ ਉਹ ਪ੍ਰਕਿਰਤੀ ਦੇ, ਇਹ ਜਿਹੜੀ ਪ੍ਰਕਿਰਤੀ ਹੈ ਇਹਦੇ ਪਾਰਾਵਾਰ ਤੋਂ ਪਰੇ ਹੈ, ਪਾਰ ਬ੍ਰਹਮ ਹੈ ਤੇ ਸੁੱਖਾਂ ਦੇ ਦਾਤੇ ਹਨ, ਸੁੱਖ ਦੇਣ ਵਾਲੇ ਹਨ। ਅਵਿਨਾਸੀ ਬਿਮਲ ਜਾਂ ਕੋ ਜਾਸ। ਉਹਨਾਂ ਦਾ ਜਸ ਜਿਹੜਾ ਹੈ ਉਹ ਬਿਮਲ ਕਹੀਏ ਉਜਲ ਹੈ, ਤੇ ਉਹ ਪਰਮਾਤਮਾ ਭਾਈ ਅਵਿਨਾਸੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਉਹਦਾ ਕਦੇ ਨਾਸ ਨਹੀਂ ਹੁੰਦਾ ਪਰਮਾਤਮਾ ਦਾ, ਤੇ ਉਹਦਾ ਜਸ ਸਭ ਤੋਂ ਉਜਲ ਹੈ। ਜਿਹੜਾ ਉਹਦਾ ਜਸ ਕਰਦਾ ਹੈ ਉਹ ਆਪ ਉਜਲ ਹੋ ਜਾਂਦਾ। ਜਿਹੜਾ ਬਾਣੀ ਪੜ੍ਹਦਾ, ਨਾਮ ਜਪਦਾ ਹੈ, ਮਹਾਰਾਜ ਕਹਿਣ ਲੱਗੇ ਉਹਦੀਆਂ ਆਪਣੀਆਂ ਮੈਲਾਂ ਉਤਰ ਜਾਂਦੀਆਂ ਹਨ। ਸੰਤ ਪ੍ਰਸਾਦ ਮੇਰੇ ਪੂਰ ਮਨੋਰਥ। ਸਤਿਗੁਰੂ ਬਖਸ਼ਿਸ਼ ਕਰਦੇ। ਸੰਤ ਪ੍ਰਸਾਦ, ਸੰਤ ਕੌਣ ਹੈ? ਗੁਰੂ। ਸੰਤ ਕੌਣ ਹੈ? ਸੰਗਤ। ਸੰਗਤ ਦੀ ਕਿਰਪਾ ਦੇ ਨਾਲ, ਜਾਂ ਕਹਿ ਲਈਏ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਮਨ ਦੇ ਮਨੋਰਥ ਪੂਰੇ ਹੋ ਗਏ, ਮੇਰੀ ਮਨ ਦੀ ਇੱਛਾ ਪੂਰੀ ਹੋ ਗਈ। ਇਹ ਸੰਗਤ ਐਸੀ ਹੈ, ਸੰਗਤ ਵਿੱਚ ਚੱਲ ਕੇ ਆ ਜਾਈਏ, ਸੰਗਤ ਅਰਦਾਸ ਕਰੇ, ਮਨ ਦੀਆਂ ਇੱਛਾ ਪੂਰੀਆਂ ਹੋ ਜਾਂਦੀਆਂ। ਗੁਰੂ ਕਾ ਸਿੱਖ ਗੁਰੂ ਅੱਗੇ ਅਰਦਾਸ ਕਰੇ, ਮਨ ਦੀਆਂ ਇੱਛਾ ਪੂਰੀਆਂ ਹੋ ਜਾਂਦੀਆਂ। ਐਸੀ ਇਹ ਸੰਗਤ ਹੈ, ਐਸਾ ਹੀ ਗੁਰੂ ਹੈ। ਸੰਤ ਪ੍ਰਸਾਦ, ਸੰਤਾਂ ਦੀ ਕਿਰਪਾ ਦੇ ਨਾਲ ਮੇਰੇ ਪੂਰ ਮਨੋਰਥ, ਮੇਰੇ ਮਨੋਰਥ, ਮੇਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਤਾਰਾ ਨਾਮ ਦੀ ਰਾਣੀ ਹੈ ਨਾ, ਪ੍ਰਸੰਗ ਲਿਖਿਆ ਵੀ ਉਹਦੀ ਇੱਕ ਖੜਾਂ ਜਿਹੜੀ ਸੀ ਉਹ ਰਾਜੇ ਨੇ ਚੁੱਕ ਲਈ। ਜਦੋਂ ਖੜਾਂ ਨਹੀਂ ਮਿਲੀ ਤੇ ਸੰਗਤ ਨੇ ਮਿਲ ਕੇ ਅਰਦਾਸ ਕੀਤੀ। ਅਰਦਾਸ ਐਸੀ ਪ੍ਰਵਾਨ ਹੋਈ, ਉਹਦੇ ਨਾਲ ਦੀ ਨਵੀਂ ਖੜਾਂ ਉੱਥੇ ਪ੍ਰਾਪਤ ਹੋ ਗਈ ਉਸੇ ਤਰ੍ਹਾਂ। ਸੋ ਇਹ ਮਹਿਮਾ ਹੈ। ਕਹਿਣ ਲੱਗੇ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ। ਸੰਤਾਂ ਦੀ ਕਿਰਪਾ ਨਾਲ, ਸੰਗਤ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਦੇ ਨਾਲ ਮਨ ਦੇ ਮਨੋਰਥ ਪੂਰੇ ਹੁੰਦੇ ਹਨ। ਕਰ ਕਿਰਪਾ ਭੇਟੇ ਗੁਣ ਤਾਸ। ਜਿਨ੍ਹਾਂ ਦੇ ਉੱਪਰ ਕਿਰਪਾ ਹੁੰਦੀ ਹੈ, ਗੁਣ ਤਾਸ, ਤਾਸ ਨਾਮ ਖਜ਼ਾਨੇ ਦਾ,
ਉਹ ਜਿਹੜਾ ਗੁਣਾਂ ਦਾ ਖਜ਼ਾਨਾ ਪ੍ਰਮਾਤਮਾ ਹੈ ਉਹਨਾਂ ਨੂੰ ਉਹ ਪ੍ਰਾਪਤ ਹੋ ਜਾਂਦਾ। ਕਰ ਕਿਰਪਾ ਭੇਟੇ, ਕਿਰਪਾ ਕਰਕੇ ਭੇਟੇ ਜਿਹਨੂੰ ਮਿਲ ਪਵੇ ਗੁਣਾਂ ਦਾ ਖਜ਼ਾਨਾ ਜੋ ਪ੍ਰਮਾਤਮਾ ਹੈ ਜਿਨ੍ਹਾਂ ਨੂੰ ਮਿਲਦਾ ਹੈ। ਸ਼ਾਂਤ ਸਹਿਜ ਸੁਖ ਮਨ ਉਪਜਿਓ, ਤੇ ਗੁਰਮੁਖੋ ਸਹਿਜੇ ਹੀ ਉਹਨਾਂ ਦੇ ਅੰਦਰ ਸ਼ਾਂਤੀ ਅਤੇ ਸੁਖ ਪੈਦਾ ਹੋ ਜਾਂਦਾ। ਸਹਿਜੇ ਹੀ ਉਹਨਾਂ ਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਭਟਕਦਾ ਹੋਇਆ ਮਨ ਰੁਕ ਜਾਂਦਾ ਅਤੇ ਮਨ ਦੇ ਵਿੱਚ ਅਨੇਕਾਂ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਕੋਟ ਸੂਰ ਨਾਨਕ ਪਰਗਾਸ, ਮਹਾਰਾਜ ਕਹਿਣ ਲੱਗੇ ਕਰੋੜਾਂ ਸੂਰਜਾਂ ਦਾ ਜਿੰਨਾ ਪ੍ਰਕਾਸ਼ ਹੁੰਦਾ ਹੈ ਇਸ ਤਰੀਕੇ ਦੇ ਨਾਲ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਗਿਆਨ ਹੀ ਗਿਆਨ ਪ੍ਰਾਪਤ ਹੋ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇੱਕ ਪਾਸੇ ਕਰੋੜਾਂ ਸੂਰਜ ਚੜ ਜਾਣ ਤੇ ਉਹਨਾਂ ਦਾ ਜਿੰਨਾ ਪ੍ਰਕਾਸ਼ ਹੈ ਇਸ ਤੋਂ ਵੀ ਵੱਧ ਗੁਰਮੁਖਾਂ ਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਕੋਟ ਸੂਰ, ਕੋਟ ਤੋਂ ਭਾਵ ਕਰੋੜਾਂ, ਜਿਹੜੇ ਸੂਰਜ ਨੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਹੁੰਦਾ ਹੈ। ਮਹੱਲਾ ਪੰਜਵਾਂ, ਹਰ ਹਰ ਪਤਿਤ ਪਾਵਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਜੋ ਹਰੀ ਹਰ ਪ੍ਰਮਾਤਮਾ ਹੈ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ। ਉਹ ਪਤਿਤ ਪਾਵਨ ਹੈ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ। ਪਾਪੀ ਵੀ ਪਵਿੱਤਰ ਹੋ ਜਾਂਦੇ, ਐਸਾ ਉਹ ਪ੍ਰਮਾਤਮਾ ਹੈ। ਪ੍ਰਾਨ ਮਾਨ ਸੁਖ ਦਾਤਾ, ਅੰਤਰਜਾਮੀ ਮਨ ਕੋ ਭਾਵਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੋ ਅੰਤਰਜਾਮੀ ਹੈ ਉਹ ਇਸ ਜੀਵ ਦਾ, ਇਹਨਾਂ ਪ੍ਰਾਣਾਂ ਦਾ ਤੇ ਮਾਨ ਕਹੀਏ ਮਨ ਦਾ ਸੁੱਖਾਂ ਦਾ ਦਾਤਾ ਹੈ। ਇਸ ਜੀਵ ਨੂੰ ਸੁਖ ਮਿਲਦੇ, ਜੀਵ ਦੇ ਪ੍ਰਾਣਾਂ ਨੂੰ ਸੁਖ ਮਿਲਦੇ, ਜੀਵ ਦੇ ਮਨ ਨੂੰ ਸੁਖ ਮਿਲ ਜਾਂਦਾ। ਜੀ ਪ੍ਰਾਨ ਮਾਨ ਸੁਖ ਦਾਤਾ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਉਹ ਜੀਵ ਦੇ ਪ੍ਰਾਣਾਂ ਨੂੰ ਸੁਖ ਦੇਣ ਵਾਲਾ, ਇਸੇ ਤਰ੍ਹਾਂ ਉਹ ਮਨ ਨੂੰ ਸੁਖ ਦੇਣ ਵਾਲਾ ਹੈ। ਐਸਾ ਉਹ ਸੁੱਖਾਂ ਦਾ ਦਾਤਾ ਪ੍ਰਮਾਤਮਾ ਹੈ। ਅੰਤਰਜਾਮੀ ਮਨ ਕੋ ਭਾਵਨ, ਉਹ ਅੰਤਰਜਾਮੀ ਹੈ ਅਤੇ ਮਨ ਨੂੰ ਭਾਉਂਦਾ ਹੈ, ਮਨ ਨੂੰ ਚੰਗਾ ਲੱਗਦਾ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਮਨ ਦੀਆਂ ਭਾਵਨਾਵਾਂ ਪੂਰੀਆਂ ਕਰਨ ਵਾਲਾ ਹੈ। ਜੋ ਮਨ ਦੇ ਵਿੱਚ ਭਾਵਨਾ ਹੈ, ਇੱਛਾ ਹੈ, ਉਸ ਭਾਵਨਾ ਨੂੰ ਗੁਰੂ ਪੂਰਾ ਕਰ ਦਿੰਦਾ ਹੈ। ਐਸਾ ਗੁਰੂ ਸਮਰੱਥ ਹੈ। ਸੁੰਦਰ ਸੁਗੜ ਚਤੁਰ ਸਭ ਬੇਟਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਪ੍ਰਮਾਤਮਾ ਅਤ ਸੁੰਦਰ ਹੈ, ਉਹਦੇ ਵਰਗਾ ਸੁੰਦਰ ਕੋਈ ਨਹੀਂ ਹੈ। ਉਹ ਪ੍ਰਮਾਤਮਾ ਸੁੰਦਰ ਹੈ। ਤੇ ਦੂਜਾ ਬਚਨ ਮਹਾਰਾਜ ਨੇ ਕੀਤਾ ਸੁਗੜ। ਸੁਗੜ ਤੋਂ ਭਾਵ ਹੁੰਦਾ ਸ੍ਰੇਸ਼ਟ, ਘਾੜਤ ਘੜਨ ਵਾਲਾ, ਜਿਹਦੇ ਵਰਗੀ ਘਾੜਤ ਕੋਈ ਘਾੜ ਹੀ ਨਹੀਂ ਸਕਦਾ, ਜਿਹਦੇ ਵਰਗਾ ਕੋਈ ਦੁਨੀਆ ਨਹੀਂ ਬਣਾ ਸਕਦਾ, ਦੁਨੀਆ ਵਿੱਚ ਕੋਈ ਰੰਗ ਨਹੀਂ ਭਰ ਸਕਦਾ ਉਸ ਪ੍ਰਮਾਤਮਾ ਦੇ ਵਰਗੇ। ਉਹ ਐਸਾ ਪ੍ਰਮਾਤਮਾ ਸੁੰਦਰ ਹੈ। ਸੁੰਦਰ ਸੁਗੜ, ਸੁਗੜ ਤੋਂ ਭਾਵ ਸੁੰਦਰ ਘਾੜਤ ਘੜਨ ਵਾਲਾ। ਅਗਲਾ ਬਚਨ ਮਹਾਰਾਜ ਨੇ ਕੀਤਾ ਚਤੁਰ। ਚਤੁਰ ਤੋਂ ਭਾਵ ਬਹੁਤ ਜ਼ਿਆਦਾ ਸਿਆਣਾ। ਉਸ ਪ੍ਰਮਾਤਮਾ ਵਰਗਾ ਸਿਆਣਾ ਕੋਈ ਨਹੀਂ ਹੈ, ਨਾ ਕੋਈ ਹੋਇਆ ਨਾ ਕੋਈ ਹੋ ਸਕਦਾ। ਤੇ ਪਾਤਸ਼ਾਹ ਕਹਿਣ ਲੱਗੇ ਸੁੰਦਰ ਸੁਗੜ ਚਤੁਰ ਸਭ ਬੇਤਾ। ਬੇਤਾ ਕਹੀਏ ਜਾਣਨ ਵਾਲਾ, ਸਾਰਿਆਂ ਦੀ ਮਨ ਦੀ ਜਾਣਨ ਵਾਲਾ ਹੈ। ਉਹ ਗਿਆਨ ਰੱਖਦਾ ਹੈ, ਉਹ ਸੋਝੀ ਰੱਖਦਾ ਹੈ ਪ੍ਰਮਾਤਮਾ। ਐਸੀ ਉਹਦੇ ਵਿੱਚ ਵੱਡੀ ਬਖਸ਼ਿਸ਼ ਹੈ। ਦਾਸ ਨਿਵਾਸ ਭਗਤ ਗੁਣ ਗਾਵਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਉਹਦਾ ਨਿਵਾਸ ਹੈ। ਗੁਰਮੁਖਾਂ ਦੇ ਹਿਰਦੇ ਵਿੱਚ ਉਹ ਪ੍ਰਮਾਤਮਾ ਵਸਦਾ ਹੈ। ਸੋ ਰਿੱਧ ਦਾਸ ਨਿਵਾਸ, ਜਿਹੜੇ ਦਾਸ ਨੇ ਉਹਨਾਂ ਦੇ ਰਿੱਧ ਕਹੀਏ ਹਿਰਦੇ ਵਿੱਚ ਉਸ ਪ੍ਰਮਾਤਮਾ ਦਾ ਨਿਵਾਸ ਹੁੰਦਾ ਹੈ। ਭਗਤ ਗੁਣ ਗਾਵਨ, ਅਤੇ ਜਿਹੜੇ ਭਗਤ ਨੇ ਉਹ ਦਿਨੇ ਰਾਤ ਉਹਦੇ ਗੁਣਾਂ ਨੂੰ ਗਾਉਂਦੇ ਨੇ। ਐਸਾ ਉਹ ਪ੍ਰਮਾਤਮਾ ਹੈ। ਦਿਨੇ ਰਾਤ ਗੁਰਮੁਖ ਜਿਹੜੇ ਨੇ ਉਹਦੇ ਗੁਣਾਂ ਨੂੰ ਗਾਉਣ ਵਿੱਚ ਲੱਗੇ ਹੋਏ ਹਨ। ਨਿਰਮਲ ਰੂਪ ਅਨੂਪ ਸੁਆਮੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਪ੍ਰਮਾਤਮਾ ਨਿਰਮਲ ਹੈ। ਨਿਰਮਲ ਤੋਂ ਭਾਵ ਮਾਇਆ ਦੀ ਮੈਲ ਤੋਂ ਰਹਿਤ ਹੈ। ਉਹਦੇ ਵਿੱਚ ਕਿਸੇ ਤਰ੍ਹਾਂ ਦੀ ਮੈਲ ਨਹੀਂ ਹੈ।
ਨਿਰਮਲ ਰੂਪ, ਉਹਦਾ ਰੂਪ ਮਾਇਆ ਦੀ ਮੈਲ ਤੋਂ ਰਹਿਤ ਹੈ। ਅਨੂਪ ਕਹੀਏ ਉਪਮਾ ਤੋਂ ਰਹਿਤ ਹੈ। ਸੁਆਮੀ ਕਹੀਏ ਉਹ ਸਾਰਿਆਂ ਦਾ ਮਾਲਕ ਹੈ। ਐਸਾ ਉਹ ਪਰਮਾਤਮਾ ਹੈ। ਕਰਮ ਭੂਮ ਬੀਜਨ ਸੋ ਖਾਵਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਤੇਰਾ ਜਿਹੜਾ ਸਰੀਰ ਹੈ ਨਾ ਗੁਰਮੁਖਾ, ਇਹ ਕਰਮਾਂ ਦੀ ਧਰਤੀ ਹੈ। ਜਿਵੇਂ ਧਰਤੀ ਦੇ ਵਿੱਚ ਬੀਜ ਪਾਵੇਂਗਾ ਉਵੇਂ ਦਾ ਹੀ ਤੈਨੂੰ ਫਲ ਪ੍ਰਾਪਤ ਹੋਵੇਗਾ। ਆਪਾਂ ਕਹਿ ਲਈਏ ਇਹ ਸਰੀਰ ਰੂਪੀ ਧਰਤੀ ਦੇ ਵਿੱਚ ਜੇ ਭਗਤੀ ਦਾ ਬੀਜ ਪਾਵੇਂਗਾ ਤੇ ਭਗਤੀ ਦੇ ਬੀਜ ਦਾ ਫਲ ਤੈਨੂੰ ਮਿਲੇਗਾ ਮੁਕਤੀ, ਮੁਕਤ ਹੋ ਜਾਏਗਾ। ਸਰੀਰ ਦੇ ਵਿੱਚ ਭਗਤੀ ਦਾ ਬੀਜ ਪਾਇਆ, ਫਲ ਮਿਲਿਆ ਮੁਕਤੀ ਦਾ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਇਹ ਜਿਹੜਾ ਸਾਡਾ ਸਰੀਰ ਹੈ, ਇਹ ਸਰੀਰ ਦੇ ਵਿੱਚ ਜਿਹੋ ਜਿਹਾ ਕਰਮ ਰੂਪੀ ਬੀਜ ਬੀਜੇਗਾ, ਮੰਨ ਲਓ ਕਿ ਪਾਪ ਦਾ ਕਰਮ ਬੀਜਿਆ, ਪਾਪ ਦਾ ਕਰਮ ਬੀਜ ਕੇ ਤੈਨੂੰ ਪਾਪ ਦਾ ਹੀ ਫਲ ਪ੍ਰਾਪਤ ਹੋਵੇਗਾ। ਜੇ ਪੁੰਨ ਦਾ ਕਰਮ ਬੀਜਿਆ ਹੈ ਤੇ ਤੈਨੂੰ ਪੁੰਨ ਪ੍ਰਾਪਤ ਹੋਵੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਸ ਤਰ੍ਹਾਂ ਦੇ ਕਰਮ ਕਰੇਗਾ ਉਹੋ ਜਿਹਾ ਇਹ ਸਰੀਰ ਤੈਨੂੰ ਬਖਸ਼ਿਸ਼ ਹੋਵੇਗਾ। ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮ, ਇਹ ਤੇਰਾ ਸਰੀਰ ਕਰਮਾਂ ਦੀ ਭੂਮੀ ਹੈ। ਤੇ ਪਾਤਸ਼ਾਹ ਕਹਿਣ ਲੱਗੇ ਜਿਸ ਤਰ੍ਹਾਂ ਦਾ ਬੀਜੇਗਾ ਉਸ ਤਰ੍ਹਾਂ ਦਾ ਵੱਢੇਗਾ। ਆਪੇ ਬੀਜ ਆਪੇ ਹੀ ਖਾਓ, ਜਿਸ ਤਰ੍ਹਾਂ ਦਾ ਬੀਜ ਬੀਜਿਆ ਉਸ ਤਰ੍ਹਾਂ ਦਾ ਆਪ ਹੀ ਖਾਣਾ ਪੈਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਬਿਸਮ ਕਹੀਏ ਵਿਕਾਰ ਨੇ, ਵਿਸ਼ੇ ਵਿਕਾਰ, ਵਿਸ਼ੇ ਵਿਕਾਰਾਂ ਦੇ ਵੱਲੋਂ ਬਿਸਮ ਕਹੀਏ ਜਿਹੜੇ ਬਿਸਮਾਦ ਰੂਪ ਹੋਏ ਨੇ, ਰਹਿਤ ਹੋ ਗਏ ਨੇ, ਜਿਹੜੇ ਵਿਕਾਰਾਂ ਤੋਂ ਰਹਿਤ ਹੋ ਗਏ ਨੇ। ਬਿਸਮਾਦ ਕਹੀਏ ਉਹ ਅਚਰਜ ਸਰੂਪ ਹੋ ਗਏ ਨੇ। ਅਚਰਜ ਸਰੂਪ ਹੈ ਪ੍ਰਮਾਤਮਾ। ਜਿਹੜੇ ਵਿਕਾਰਾਂ ਤੋਂ ਰਹਿਤ ਹੋਏ ਉਹ ਪ੍ਰਮਾਤਮਾ ਦਾ ਹੀ ਰੂਪ ਹੋ ਗਏ। ਹਰ ਜਨ ਕੋਈ ਏਕ ਹੈ, ਬਿਬ ਵਿਚਾਰ ਕਿਛ ਨਾਹਿ, ਐਸੀ ਦਾਤ ਮਿਲੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਨ ਨਾ ਬੀਓ ਦੂਸਰ ਲਾਵਨ। ਫਿਰ ਪੜਿਓ ਉਸ ਪ੍ਰਮਾਤਮਾ ਦੇ ਵਰਗਾ ਆਨ ਕਹੀਏ ਕੋਈ ਦੂਜਾ ਹੈ ਹੀ ਨਹੀਂ। ਨਾ ਉਹਦੇ ਵਰਗਾ ਸੋਹਣਾ, ਨਾ ਕੋਈ ਗੁਣੀ, ਨਾ ਕੋਈ ਸ਼ਕਤੀ ਵਾਲਾ, ਨਾ ਕੋਈ ਮੁਕਤੀ ਵਾਲਾ, ਨਾ ਕੋਈ ਭਗਤੀ ਵਾਲਾ। ਪਰਮਾਤਮਾ ਦੇ ਵਰਗਾ ਦੂਜਾ ਕੋਈ ਹੈ ਹੀ ਨਹੀਂ ਜਿਹੜਾ ਆਪਾਂ ਕਹਿ ਸਕੀਏ ਵੀ ਆਹ ਰੱਬ ਦੇ ਮੁਕਾਬਲੇ ਹੈ। ਬੰਦੇ ਵਰਗਾ ਬੰਦਾ ਹੋ ਸਕਦਾ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਪਰਮਾਤਮਾ ਜਿਹੋ ਜਿਹਾ ਆਪ ਉਹੋ ਜਿਹਾ ਹੀ ਹੈ, ਉਹਦੇ ਵਰਗਾ ਕੋਈ ਦੂਜਾ ਨਹੀਂ ਹੈ। ਮੇਰੀ ਰਸਨਾ ਤੁਹਾਡੇ ਨਾਮ ਨੂੰ ਸਿਮਰ ਕੇ ਸਿਮਰ ਕੇ ਸਿਮਰ ਕੇ ਮੇਰਾ ਜਿਉਣਾ ਹੁੰਦਾ ਹੈ। ਮੇਰੀ ਜ਼ਿੰਦਗੀ ਇਹੋ ਹੀ ਹੈ ਕਿ ਜੋ ਮੈਂ ਜ਼ੁਬਾਨ ਦੇ ਨਾਲ ਤੁਹਾਡੇ ਨਾਮ ਨੂੰ ਜਪਦਾ ਰਵਾਂ, ਮੈਂ ਰਸਨਾ ਦੇ ਨਾਲ ਤੁਹਾਡੇ ਨਾਮ ਨੂੰ ਜਪਦਾ ਹਾਂ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਮੈਂ ਦਾਸ ਆਪ ਜੀ ਤੋਂ ਸਦਾ ਬਲਿਹਾਰ ਜਾਂਦਾ, ਸਦਾ ਕੁਰਬਾਨ ਜਾਂਦਾ, ਸਦਕੇ ਜਾਂਦਾ। ਐਸੀਆਂ ਦਾਤਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀਆਂ ਹਨ। ਮਾਈ ਤੋਂ ਭਾਵ ਹੈ ਭਾਈ, ਇਹ ਜਿਹੜੀ ਮਾਇਆ ਹੈ ਨਾ, ਇਹ ਛਲ ਕਰਦੀ ਹੈ, ਬੰਦੇ ਨਾਲ ਧੋਖਾ ਕਰਦੀ ਹੈ, ਪਰ ਪਤਾ ਨਹੀਂ ਲੱਗਣ ਦਿੰਦੀ। ਗੁਰਮੁਖੋ ਧੋਖਾ ਹੀ ਕੀ ਹੋਇਆ ਜੇ ਪਤਾ ਲੱਗ ਗਿਆ? ਧੋਖਾ ਤੇ ਤਾਂ ਹੀ ਹੈ ਜਿਹੜਾ ਪਤਾ ਨਹੀਂ ਲੱਗਣ ਦਿੰਦੀ। ਇਹ ਮਾਇਆ ਬੰਦੇ ਦੇ ਸਰੀਰ ਨੂੰ ਤੇ ਉਮਰਾਂ ਨੂੰ ਖਾ ਜਾਂਦੀ ਹੈ, ਪਰ ਬੰਦੇ ਨੂੰ ਪਤਾ ਨਹੀਂ ਲੱਗਣ ਦਿੰਦੀ। ਬੰਦਾ ਸੋਚਦਾ ਵੀ ਮਾਇਆ ਨੂੰ ਮੈਂ ਕਮਾਉਂਦਾ ਪਿਆ, ਮੈਂ ਇਕੱਠੀ ਕਰਦਾ ਪਿਆ। ਤੂੰ ਮਾਇਆ ਨੂੰ ਨਹੀਂ ਕਮਾਉਂਦਾ ਪਿਆ, ਮਾਇਆ ਤੈਨੂੰ ਕਮਾਉਂਦੀ ਪਈ ਹੈ, ਤੈਨੂੰ ਖਾਂਦੀ ਪਈ ਹੈ। ਇਸ ਮਾਇਆ ਨੇ ਤੈਨੂੰ ਖਾ ਕੇ ਛੱਡ ਦੇਣਾ ਹੈ, ਸੁੱਟ ਦੇਣਾ ਹੈ। ਮਾਇਆ ਇੱਥੇ ਰਹਿ ਜਾਣੀ ਹੈ, ਤੇਰੇ ਸਰੀਰ ਦਾ ਬਲ ਛੁੱਟ ਕੇ ਉਹ ਬੰਧਨ ਭਰੇ ਹੋ ਜਾਣਗੇ। ਬੁੱਢਾ ਹੋ ਜਾਵੇਂਗਾ, ਸਰੀਰ ਦਾ ਬਲ ਕੋਈ ਰਹਿ ਨਹੀਂ ਜਾਣਾ। ਮੌਤ ਵਾਲਾ ਸਮਾਂ ਨੇੜੇ ਆ ਜਾਣਾ। ਜਿਨ੍ਹਾਂ ਪਦਾਰਥਾਂ ਵਾਸਤੇ ਦੌੜਿਆ ਉਹ ਪਦਾਰਥ ਨਾਲ ਨਿਭਣੇ ਨਹੀਂ, ਤੁਰਨੇ ਨਹੀਂ। ਇਹ ਮਾਇਆ ਛਲ ਕਰਦੀ ਹੈ, ਵੱਡਿਆਂ ਵੱਡਿਆਂ ਨਾਲ ਧੋਖਾ ਕਰਦੀ, ਸਾਰਿਆਂ ਨੂੰ ਖਾ ਜਾਂਦੀ ਹੈ। ਮਹਾਰਾਜ ਕਹਿਣ ਲੱਗੇ ਮਾਇਆ ਦਾ ਸੁਖ ਕੱਖਾਂ ਦੀ ਅੱਗ ਵਰਗਾ ਹੈ। ਲੱਕੜ ਦੀ ਅੱਗ ਬਾਲੋਗੇ ਨਾ 2-4 ਘੰਟੇ ਸੇਕ ਦਿੰਦੀ ਹੈ, ਕੱਖ ਨੂੰ ਰੱਖ ਕੇ
ਪਰਾਲੀ ਨੂੰ ਰੱਖ ਕੇ ਅੱਗ ਲਾ ਦਿਓ, 2-4 ਮਿੰਟ ਬਾਅਦ ਕੱਖ ਬੁੱਝ ਜਾਣਗੇ, ਸੇਕ ਨਹੀਂ ਹੋਵੇਗਾ, ਠੰਡੀ ਕੱਖ ਠੰਡੇ ਹੋ ਜਾਣਗੇ, ਸੇਕ ਨਹੀਂ ਰਵੇਗਾ, ਗਰਮੈਸ਼ ਗਰਮੀ ਨਹੀਂ ਰਹਿੰਦੀ ਹੈ। ਕਹਿਣ ਲੱਗੇ ਮਾਇਆ ਦਾ ਸੁਖ ਕੱਖਾਂ ਦੀ ਅੱਗ ਵਰਗਾ ਹੈ, ਭਾਵ ਕਿ ਥੋੜਾ ਜਿਹਾ ਹੀ ਹੈ। ਜਿਵੇਂ ਕੱਖਾਂ ਦੀ ਅੱਗ ਬਹੁਤਾ ਸਮਾਂ ਨਹੀਂ ਬਲਦੀ ਹੈ, ਜਿੰਨਾ ਚਿਰ ਕੱਖ ਸੁੱਟੀ ਗਿਆ ਉਹਨਾਂ ਚਿਰ ਬਲੇਗੀ, ਕੱਖ ਸੁੱਟਣੋਂ ਬੰਦ ਅੱਗ ਬੁੱਝ ਗਈ, ਠੰਡੀ ਹੋ ਗਈ ਨਾਲ ਹੀ। ਕਹਿਣ ਲੱਗੇ ਤ੍ਰਿਣ ਕੀ ਅਗਨ, ਇਹ ਜਿਹੜੀ ਕੱਖਾਂ ਦੀ ਅੱਗ ਹੈ, ਬਿਲਕੁਲ ਇਸੇ ਤਰ੍ਹਾਂ ਇਹਨਾਂ ਕੋ ਮਾਇਆ ਦਾ ਸੁਖ ਹੈ। ਮੇਘ ਗੁਰਮੁਖੋ ਕਹਿੰਦੇ ਬੱਦਲ ਨੂੰ। ਕਹਿਣ ਲੱਗੇ ਬੱਦਲ ਆਕਾਸ਼ ਵਿੱਚ ਆ ਜਾਵੇ ਨਾ, ਧੁੱਪ ਲੱਗੀ ਹੋਵੇ ਤੇ ਕਈ ਵਾਰੀ ਕੋਈ ਨਿੱਕਾ ਜਿਹਾ ਬੱਦਲ ਆ ਜਾਵੇ ਸੂਰਜ ਦੇ ਸਾਹਮਣੇ ਤੇ ਛਾਂ ਹੋ ਜਾਂਦੀ ਹੈ, ਤੇ ਬੰਦਾ ਸੋਚੇ ਵੀ ਹੁਣ ਮੰਜਾ ਢਾ ਕੇ ਮੈਂ ਸੌ ਜਾਵਾਂ, ਇਹ ਤੇ ਛਾਂ ਸਦਾ ਹੀ ਰਹਿਣੀ ਹੈ। ਨਹੀਂ, ਉਹ ਛਾਂ ਕੇਵਲ 1-2 ਮਿੰਟ ਵਾਸਤੇ ਹੀ ਹੈ, ਬਦਲੀ ਪਰੇ ਹੋਵੇਗੀ ਫਿਰ ਧੁੱਪ ਲੱਗਣੀ ਹੈ। ਮਹਾਰਾਜ ਕਹਿਣ ਲੱਗੇ ਮਾਇਆ ਦੀ ਜਿਹੜੀ ਛਾਂ ਹੈ ਨਾ, ਇਹ ਬੱਦਲਾਂ ਦੀ ਛਾਂ ਵਰਗੀ ਹੈ, ਬਹੁਤਾ ਸਮਾਂ ਇਹ ਖਲੋਂਦੀ ਨਹੀਂ। ਜਿਵੇਂ ਬੱਦਲ ਦੀ ਛਾਂ ਇੱਕ ਜਗ੍ਹਾ ਤੇ ਖੜੀ ਨਹੀਂ ਹੈ, ਅੱਗੇ ਚਲੇ ਗਈ ਹੈ, ਇਸੇ ਤਰ੍ਹਾਂ ਇਹ ਮਾਇਆ ਵੀ ਇੱਕ ਜਗ੍ਹਾ ਤੇ ਖੜਦੀ ਕੋਈ ਨਹੀਂ, ਇੱਕ ਤੋਂ ਇੱਕ ਅੱਗੇ ਤੋਂ ਅੱਗੇ ਤੁਰਦੀ ਹੈ। ਗੋਬਿੰਦ ਭਜਨ ਬਿਨ ਹਰ ਕਾ ਜਲ, ਪਰਮਾਤਮਾ ਦੇ ਭਜਨ ਤੋਂ ਬਿਨਾ ਇਹ ਮਾਇਆ ਹੜ ਦੇ ਪਾਣੀ ਵਰਗੀ ਹੈ। ਹੜ ਆ ਜਾਵੇ ਨਾ, ਕੋਈ ਦਰਿਆ ਟੁੱਟ ਜਾਵੇ, ਕੋਈ ਵੱਡੀ ਨਹਿਰ ਟੁੱਟ ਜਾਵੇ, ਹੜ ਆ ਜਾਂਦਾ ਤੇ ਉਹ ਸਭ ਕੁਝ ਰੋੜ ਕੇ ਲੈ ਜਾਂਦਾ, ਫਸਲਾਂ ਵੀ ਰੁੜ ਜਾਂਦੀਆਂ, ਪਸ਼ੂ ਵੀ ਰੁੜ ਜਾਂਦੇ, ਘਰ ਬਾਹਰ ਰੁੜ ਜਾਂਦੇ, ਸਭ ਕੁਝ ਰੁੜ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਇਹ ਮਾਇਆ ਵੀ ਹੜ ਦੇ ਪਾਣੀ ਵਰਗੀ ਹੈ, ਸਭ ਕੁਝ ਰੋੜ ਕੇ ਲੈ ਜਾਏ। ਨਾ ਜਪ ਰਵੇਗਾ, ਨਾ ਤਪ ਰਵੇ, ਨਾ ਬੰਦਗੀ ਰਵੇ, ਨਾ ਸੇਵਾ ਰਵੇ, ਨਾ ਸਰੀਰ ਰਵੇ, ਨਾ ਪਦਾਰਥ ਰਹਿਣ। ਇਹ ਐਸੀ ਮਾਇਆ ਹੈ, ਸਭ ਕੁਝ ਰੋੜ ਕੇ ਲੈ ਜਾਂਦੀ ਹੈ। ਕਈ ਵਾਰੀ ਅਸੀਂ ਬੰਦਗੀ ਕਰਦੇ ਹਾਂ, ਸੇਵਾ ਵੀ ਕਰਦੇ ਹਾਂ, ਕੋਈ ਸ਼ੁਭ ਕੰਮ ਕਰਦੇ ਹਾਂ, ਪਰ ਨਾਲ ਹੀ ਅਸੀਂ ਮੰਗ ਲੈਂਦੇ ਹਾਂ ਕਿ ਮੈਨੂੰ ਆਹ ਪਦਾਰਥ ਮਿਲ ਜਾਵੇ। ਪਦਾਰਥ ਮੰਗ ਲਿਆ, ਪਦਾਰਥ ਮੰਗਦਿਆਂ ਹੀ ਤੇਰਾ ਕੀਤਾ ਹੋਇਆ ਸ਼ੁਭ ਕਰਮ ਨਾਲ ਹੀ ਰੁੜ ਗਿਆ, ਨਾਲ ਹੀ ਉਹਦਾ ਫਲ ਲੈ ਲਿਆ, ਉਹ ਨਾਲ ਦੀ ਨਾਲ ਖਤਮ ਹੋ ਗਿਆ। ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਦੀ ਇਹ ਮਾਇਆ ਹੈ, ਹੜ ਦੇ ਪਾਣੀ ਵਾਂਗੂ ਸਭ ਕੁਝ ਰੋੜ ਕੇ ਲੈ ਜਾਂਦੀ ਹੈ। ਪੂਜਾ ਪਾਠ ਤੇ ਕਰਦਾ, ਜਪ ਤਪ ਤੇ ਕਰਦਾ, ਸੇਵਾ ਤੇ ਕਰਦਾ, ਪਰ ਨਾਲ ਨਾਲ ਮੰਗਦਾ ਵੀ ਹੈ, ਮੈਨੂੰ ਆਹ ਮਿਲ ਜਾਵੇ, ਮੈਨੂੰ ਆਹ ਮਿਲ ਜਾਵੇ। ਜਿਵੇਂ ਜਿਵੇਂ ਮੰਗਦਾ ਉਵੇਂ ਉਵੇਂ ਪ੍ਰਾਪਤ ਕਰਦਾ ਹੈ। ਕਹਿੰਦੇ ਇਸ ਤਰ੍ਹਾਂ ਇਹ ਮਾਇਆ ਰੋੜਨ ਵਾਲੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਪਣੀ ਬੁੱਧੀ ਦੀ ਸਿਆਣਪ ਛੱਡ ਦੇ। ਅਸੀਂ ਗੁਰੂ ਘਰ ਆ ਕੇ, ਗੁਰੂ ਦੇ ਕੋਲ ਆ ਕੇ ਵੀ ਬੁੱਧੀ ਦੀ ਸਿਆਣਪ ਹੀ ਵਰਤਦੇ, ਮੈਂ ਬੜਾ ਸਿਆਣਾ। ਮਹਾਰਾਜ ਕਹਿਣ ਲੱਗੇ ਛੋੜ ਸਿਆਣਪ, ਆਪਣੀ ਅਕਲ ਦੀ ਸਿਆਣਪ ਛੱਡ। ਬਹੁਤ ਚਤੁਰਾਈ, ਜਿਹੜੀਆਂ ਗੱਲਾਂ ਬਾਤਾਂ ਵਿੱਚ ਬੜਾ ਚਾਤਰ ਬਣਦਾ ਨਾ, ਚਲਾਕ ਬਣਦਾ, ਵੀ ਮੇਰੇ ਵਰਗਾ ਤੇ ਗੱਲਬਾਤ ਹੀ ਨਹੀਂ ਕਰਨੀ ਆਉਂਦੀ ਕਿਸੇ, ਮੈਂ ਬੜਾ ਚਾਤਰ ਹਾਂ। ਮਹਾਰਾਜ ਕਹਿਣ ਲੱਗੇ ਗੱਲਾਂ ਬਾਤਾਂ ਦੀ ਚਲਾਕੀ ਛੱਡ ਦੇਣਾ ਕਰ। ਦੋਨੇ ਹੱਥ ਜੋੜ ਕੇ ਸਾਧੂਆਂ ਦੇ ਰਸਤੇ ਤੇ ਚੱਲ, ਗੁਰੂ ਦੇ ਰਸਤੇ ਤੇ ਹੱਥ ਜੋੜ ਕੇ ਚੱਲਣਾ ਕਰ। ਉਹ ਜਿਹੜਾ ਅੰਤਰਜਾਮੀ ਪ੍ਰਮਾਤਮਾ, ਉਹਦੇ ਨਾਮ ਦਾ ਸਿਮਰਨ ਕਰਿਆ ਕਰ। ਮਨੁੱਖਾ ਦੇਹ ਦਾ ਇਹ ਸਭ ਤੋਂ ਵੱਡਾ ਫਲ ਇਹ ਹੈ ਵੀ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰ। ਵੇਦ ਵੀ ਇਸ ਗੱਲ ਨੂੰ ਬਖਿਆਨ ਕਹਿੰਦੇ ਨੇ, ਸਾਧੂ ਵੀ ਇਸ ਗੱਲ ਨੂੰ ਆਖਦੇ ਹਨ। ਭਾਗਹੀਨ, ਜਿਹੜੇ ਭਾਗਾਂ ਤੋਂ ਹੀਣੇ ਨੇ, ਕਰਮਾਂ ਤੋਂ ਖਾਲੀ ਨੇ, ਉਹ ਮੂਰਖ ਬੰਦੇ ਨਾ ਵੇਦਾਂ ਦੀ ਗੱਲ ਸੁਣਦੇ, ਨਾ ਸਾਧੂਆਂ ਦੀ ਗੱਲ ਸੁਣਦੇ। ਮੂਰਖ ਜਿਹੜੇ ਭਾਗਾਂ ਤੋਂ ਹੀਣੇ, ਉਹ ਖਾਲੀ ਰਹਿ ਜਾਂਦੇ ਹਨ। ਪਰ ਜਿਹੜੇ ਜਨ ਗੁਰਮੁਖ ਨੇ, ਉਹ ਪ੍ਰੇਮਾ ਭਗਤੀ ਵਿੱਚ ਰਚੇ ਹੋਏ ਮਿਲੇ ਹੋਏ ਹਨ। ਰੱਬ ਦਾ ਸਿਮਰਨ ਕਰਕੇ, ਗੁਰੂ ਦੀ ਬਾਣੀ ਪੜ੍ਹ ਕੇ, ਇਹ ਜਿਹੜੇ ਵੱਡੇ ਵੱਡੇ ਪਹਿਲਵਾਨ ਨੇ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਵੱਡਿਆਂ ਵਕਾਰਾਂ ਨੂੰ ਵੀ ਉਹ ਗੁਰਮੁਖ ਮਲ ਦਿੰਦੇ। ਜਿਵੇਂ ਪਹਿਲਵਾਨ ਨੂੰ ਢਾ ਦਈਦਾ ਨਾ, ਮਲ ਦਈਦਾ ਮਿੱਟੀ ਦੇ ਵਿੱਚ, ਗੁਰਮੁਖ ਸਿਮਰਨ ਕਰਕੇ ਇਹ ਜਿਹੜੇ ਵੱਡੇ ਪਹਿਲਵਾਨ ਨੇ ਵਕਾਰ, ਇਹਨਾਂ ਨੂੰ ਗੁਰਮੁਖ ਮਲ ਦਿੰਦੇ, ਢਾ ਦਿੰਦੇ। ਇਹ ਸਿਮਰਨ ਦੀ ਸ਼ਕਤੀ ਹੈ। ਇਹ ਮਹਾਰਾਜ ਜੀਆਂ ਨੇ ਅੰਮ੍ਰਿਤ ਵੇਲੇ ਦਾ ਉਪਦੇਸ਼ ਬਖਸ਼ਿਸ਼ ਕੀਤਾ। ਵਿਚਾਰ ਕਰਦੇ ਹਾਂ ਭੁੱਲ ਚੁੱਕ ਦੀ ਮੁਆਫੀ। ਹੁਣ ਪਰਿਵਾਰ ਵੱਲੋਂ
ਸਹਿਜ ਪਾਠ ਕੀਤੇ ਹੋਏ ਸਨ। ਸਹਿਜ ਪਾਠ ਦੇ ਭੋਗ ਦੇ ਸ਼ਲੋਕ ਆਪਾਂ ਸਰਵਣ ਕਰਾਂਗੇ। ਉਸ ਤੋਂ ਉਪਰੰਤ ਫਿਰ ਕੀਰਤਨ ਤੇ ਅਰਦਾਸ ਹੋਵੇਗੀ। ਭੁੱਲਾਂ ਦੀ ਮੁਆਫੀ ਦਿਓ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸਿਮੇਰਾ। ਵੇਦ ਵਿਖਿਆਨ ਕਰਤ ਸਾਧੂ ਜਨ, ਭਾਗਹੀਨ ਸਮਝਤ ਨਹੀਂ ਖਲ। ਪ੍ਰੇਮ ਭਗਤ ਰਾਚੇ ਜਨ ਨਾਨਕ, ਹਰ ਸਿਮਰਨ ਦਹਿਨ ਭੈ ਮਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ